सुनो सनामा पाठ पढ़ावा, आओ बच्चों आओ बच्चों, सुनो सनामा पाठ पढ़ावा। ओ सुन के हुंदा पूरा याद सैंस पंजाबी अते हिसाब, ओ लगे अंग्रेजी भी प्यारी, हिंदी समाजिक पढ़ लो सारी, चंगियां गल्लां गीत भी गावा। सुनो सनावा पाठ पढ़ावा, सुनो सनावा पाठ पढ़ावा। दुआपा रेडियो। प्यारे विद्यार्थियों, कल आपां निरंजन तस्लीम होरां द्वारा लिखे गए नावल एक होर नवां साल दा कांड पहला पढ़िया सीगा सवेर। ਉਹਦੇ 'ਚ ਆਪਾਂ ਮੁੱਖ ਪਾਤਰ ਬੰਤੇ ਦੀ ਜ਼ਿੰਦਗੀ ਦਾ ਜਿਹੜਾ ਪਹਿਲਾ ਹਿੱਸਾ ਸੀਗਾ ਸਵੇਰ, ਕਿ ਉਹ ਸਵੇਰੇ ਕਦੋਂ ਘਰੋਂ ਨਿਕਲਦਾ ਹੈ ਤੇ ਦੁਪਹਿਰ ਤੱਕ ਵਾਪਸ ਆਉਂਦਾ, ਕਿਵੇਂ ਦੇ ਹਾਲਾਤਾਂ 'ਚੋਂ ਘਰ ਆਉਂਦਾ ਹੈ, ਇਹ ਪੜ੍ਹਿਆ ਸੀਗਾ। ਅੱਜ ਨਾਵਲ ਦਾ ਦੂਜਾ ਕਾਂਡ ਦੁਪਹਿਰ ਉਹ ਆਪਾਂ ਪੜ੍ਹਾਂਗੇ। ਕੱਲ ਆਪਾਂ ਨਾਵਲ ਇਸ ਜਗ੍ਹਾ ਤੇ ਛੱਡਿਆ ਸੀਗਾ ਕਿ ਬੰਤਾ ਜਦੋਂ ਉਹਨੂੰ ਭੁੱਖ ਲੱਗਦੀ ਹੈ ਤੇ ਉਹ ਘਰ ਨੂੰ ਮੁੜ ਆਉਂਦਾ ਹੈ। ਬੰਤਾ ਜਦੋਂ ਘਰ ਦੇ ਨੇੜੇ ਆਉਂਦਾ ਹੈ ਤੇ ਆਪਣੇ ਰਕਸ਼ੇ ਦੀ ਘੰਟੀ ਵਜਾਉਂਦਾ ਹੈ ਤੇ ਉਸ ਦਾ ਪੁੱਤਰ ਫੁੰਮਣ ਦੌੜਦਾ ਹੋਇਆ ਉਹਦੇ ਕੋਲ ਆ ਜਾਂਦਾ ਹੈ ਤੇ ਉਹ ਆ ਕੇ, ਬੰਤਾ ਜਦ ਰਕਸ਼ਾ ਰੋਕ ਦਿੰਦਾ ਹੈ ਤੇ ਉਹ ਆ ਕੇ ਰਕਸ਼ੇ ਦੀ ਟੱਲੀ ਵਜਾਉਣ ਲੱਗ ਜਾਂਦਾ ਹੈ। ਬੰਤਾ ਜਦ ਵੀ ਉਹਨੂੰ ਇੰਜ ਕਰਦਾ ਦੇਖਦਾ ਤੇ ਉਹਨੂੰ ਬੜਾ ਅਜੀਬ ਲੱਗਦਾ ਹੈ। ਉਹ ਸੋਚਦਾ ਕਿ ਫੁੰਮਣ ਅਜਿਹਾ ਨਾ ਕਰਿਆ ਕਰੇ। ਉਹਦੇ ਮਨ ਦੀ ਇੱਛਾ ਹੈ ਕਿ ਫੁੰਮਣ ਕਦੇ ਵੀ ਉਹਦੇ ਵਾਂਗ ਰਕਸ਼ਾ ਚਾਲਕ ਨਾ ਬਣੇ। ਉਹ ਚਾਹੁੰਦਾ ਹੈ ਕਿ ਕੋਈ ਵੱਡਾ ਅਫਸਰ ਬਣੇ। ਇਸ ਕਰਕੇ ਉਹਨੂੰ ਉਹਦੀ ਰਕਸ਼ੇ ਤੇ ਇੰਜ ਘੰਟੀ ਵਜਾਉਣਾ ਚੰਗਾ ਨਹੀਂ ਲੱਗਦਾ। ਫਿਰ ਉਹ ਤਾਰੋ ਨੂੰ ਆਖਦਾ ਹੈ ਕਿ ਉਸ ਨੂੰ ਰੋਟੀ ਦੇ ਦੇਵੇ, ਭੁੱਖ ਲੱਗੀ ਹੈ। ਤਾਰੋ ਆਖਦੀ ਹੈ ਕਿ ਜੇ ਮੈਂ ਰੋਟੀ ਨਾ ਪਕਾਈ ਹੋਵੇ ਫਿਰ। ਤੇ ਉਹਨੂੰ ਸਵੇਰ ਦਾ ਵੀ ਪਤਾ ਕਿ ਸਵੇਰੇ ਵੀ ਇਹਨੇ ਮੈਨੂੰ ਚਾਹ ਨਹੀਂ ਸੀ ਦਿੱਤੀ, ਤੇ ਆਖਦਾ ਠੀਕ ਹੈ ਫਿਰ ਮੈਂ ਮੁੜ ਜਾਵਾਂਗਾ। ਉਹ ਆਖਦੀ ਹੈ ਨਹੀਂ, ਮੇਰੇ ਕੋਲ ਰਾਤ ਦਾ ਸਾਗ ਗਰਮ ਕੀਤਾ ਹੋਇਆ ਹੈ, ਤੇ ਨਾਲ ਹੀ ਮੱਕੀ ਦੀਆਂ ਰੋਟੀਆਂ ਪਕਾਉਣੀਆਂ ਸ਼ੁਰੂ ਕਰ ਦਿੰਦੀ ਹੈ ਤੇ ਬੰਤੇ ਨੂੰ ਦੇ ਦਿੰਦੇ। ਨਾਲ ਹੀ ਬੰਤੇ ਵਾਸਤੇ ਚਾਹ ਵੀ ਬਣਾ ਦਿੰਦੀ ਹੈ। ਬੰਤਾ ਚਾਹ ਪੀਂਦਾ ਹੈ ਤੇ ਇੱਕ ਦੂਜੇ ਵੱਲ ਦੇਖਦੇ ਆ। ਬੰਤਾ ਜੋ ਵੀ ਕਮਾ ਕੇ ਲਿਆਇਆ ਹੈ ਉਹਨੂੰ ਪੈਸੇ ਦੇ ਦਿੰਦਾ ਹੈ ਤੇ ਤਾਰੋ ਉਹਦੇ ਵਿੱਚੋਂ ਜਿਹੜਾ ਪਾਣ ਹੈ ਉਹਨੂੰ ਵਾਪਸ ਕਰਦੀ ਆਖਦੀ ਹੈ ਕਿ ਲੈ ਪਾਣ ਤੂੰ ਕੋਲ ਰੱਖ ਲੈ, ਕਿਸੇ ਵੇਲੇ ਪਾਣ ਤੋਂ ਬਗੈਰ ਪਾਣ ਦੇ ਕੋਲੋਂ ਸਵਾਰੀ ਨਹੀਂ ਮਿਲਦੀ। ਬੰਤੇ ਨੂੰ ਉਹਦੀ ਗੱਲ ਚੰਗੀ ਲੱਗਦੀ ਹੈ, ਪਾਣ ਰੱਖ ਲੈਂਦਾ ਹੈ। ਬੰਤਾ ਸੋਚਦਾ ਹੈ ਕਿ ਉਹ ਵੀ ਤਾਰੋ ਨਾਲ ਕੁਝ ਅਜਿਹੀਆਂ ਗੱਲਾਂ ਕਰੇ ਜਿਵੇਂ ਉਹਦੇ ਰਕਸ਼ੇ ਤੇ ਬੈਠਦੀਆਂ ਸਵਾਰੀਆਂ ਕਰਦੀਆਂ ਨੇ, ਕਿਵੇਂ ਪਤੀ ਪਤਨੀ ਗੱਲਾਂ ਕਰਦੇ ਨੇ। ਪਰ ਤਾਰੋ ਕੋਲ ਅਜਿਹੇ ਸੰਕਲਪ ਨਹੀਂ ਹੈ, ਤਾਰੋ ਅਜਿਹਾ ਸੋਚ ਨਹੀਂ ਰੱਖਦੀ। ਜਦ ਬੰਤਾ ਅਜਿਹੀਆਂ ਗੱਲਾਂ ਕਰਦਾ ਤੇ ਉਹ ਝੱਟ ਉਹਨੂੰ ਆਖ ਦਿੰਦੀ ਹੈ ਤੂੰ ਤੇ ਝੱਲਾ ਹੋ ਗਿਆ ਹੈ, ਕਮਲਾ ਹੋ ਗਿਆ ਹੈ। ਬੰਤਾ ਆਖਦਾ ਨਹੀਂ, ਹਾਂ ਤੂੰ ਹੀ ਫਿਰ ਸਿਆਣੀ ਹੈ, ਫਿਰ ਕੋਈ ਗੱਲ ਨਹੀਂ। ਬੰਤੇ ਦੇ ਪਰ ਮਨ ਚ ਆਉਂਦਾ ਹੈ ਕਿ ਉਹ ਉਹਦੇ ਨਾਲ ਕੁਝ ਅਜਿਹੀਆਂ ਗੱਲਾਂ ਕਰੇ ਜਿਹਦੇ ਨਾਲ ਉਹਦਾ ਮਨ ਵੀ ਚੰਗਾ ਬਣੇ ਤੇ ਉਹਦਾ ਵੀ ਮਨ ਜਿਹੜਾ ਖਿੜਿਆ ਰਵੇ। ਪਰ ਤਾਰੋ ਉਹਦੇ ਨਾਲ ਅਜਿਹੀਆਂ ਗੱਲਾਂ ਨਹੀਂ ਕਰਦੀ। ਰੋਟੀ ਖਾਣ ਮਗਰੋਂ ਬੰਤਾ ਥੋੜਾ ਚਿਰ ਬਾਹਰ ਧੁੱਪੇ ਲੇਟ ਜਾਂਦਾ ਹੈ ਤੇ ਸੋਚਣ ਲੱਗ ਜਾਂਦਾ ਕਿ ਉਹਦੀ ਮੁਸਕਰਾਹਟ ਸ਼ੁਰੂਆਤ ਵੇਲੇ ਕਿੰਨੀ ਚੰਗੀ ਲੱਗਦੀ ਸੀ, ਪਰ ਹੁਣ ਉਹਦੀ ਜਿਹੜੀ ਮੁਸਕਣੀ ਆ ਉਹ ਪਹਿਲਾਂ ਵਾਰੀ ਉਹਦੇ ਚ ਗੱਲ ਨਹੀਂ ਰਹੀ। ਉਹ ਸੋਚਦਾ ਹੈ ਕਿ ਪਤਾ ਨਹੀਂ ਕਿੰਨੇ ਬੈਂਡ ਲੋਨੇ ਮਾਰੇ ਨੇ, ਕਿੰਨਾ ਸਫ਼ਰ ਤੈਅ ਕੀਤਾ, ਪਰ ਪਹੁੰਚੇ ਵਜੇ ਵੀ ਕਿਸੇ ਤੱਕ ਨਹੀਂ। ਸ਼ਾਇਦ ਉਹ ਸੋਚਦਾ ਕਿ ਜ਼ਿੰਦਗੀ ਦਾ ਇਹੀ ਕੰਮ ਆ ਕਿ ਚੱਲਦੇ ਜਾਣਾ ਤੇ ਕਿਤੇ ਵੀ ਰੁਕਣਾ ਨਹੀਂ। ਥੋੜਾ ਚਿਰ ਬੰਤੇ ਨੂੰ ਅਜੇ ਲੇਟਿਆ ਹੋਇਆ ਹੀ ਸੀਗਾ ਤੇ ਫੁੰਮਣ ਉਸ ਕੋਲ ਆ ਜਾਂਦਾ ਹੈ ਆਪਣੀ ਕਿਤਾਬ ਲੈ ਕੇ ਤੇ ਆਖਦਾ ਹੈ ਕਿ ਉਸ ਨੂੰ ਉਸਦਾ ਕਿਤਾਬ ਦੇ ਵਿੱਚੋਂ ਕੋਈ ਪਾਠ ਆ, ਸਾਡਾ ਦੇਸ਼ ਜਾਂ ਦੇਸ਼ ਮਹਾਨ, ਉਹ ਪੜ੍ਹਾਵੇ। ਬੰਤਾ ਉਹਦਾ ਲੈਸਨ ਕਿਤਾਬ ਦਾ ਪੜ੍ਹਾਉਣ ਲੱਗ ਜਾਂਦਾ ਪਾਠ, ਤੇ ਉਹ ਫੁੰਮਣ ਦੀ ਸੁਭਾਅ ਹੈ ਕਿ ਉਹ ਹਰ ਇੱਕ ਸ਼ਬਦ ਦੇ ਅਰਥ ਪੁੱਛਦਾ ਹੈ। ਨਿੱਕੇ ਨਿੱਕੇ ਅਰਥ ਜਦ ਉਹ ਤੋਂ ਪੁੱਛਦਾ ਹੈ ਤੇ ਬੰਤਾ ਆਪਣੀ ਫਿਲਾਸਫੀ ਦੇ ਨਾਲ ਉਹਦੇ ਅਰਥ ਦੱਸਦਾ ਹੈ ਕਿ ਇਹ ਗਰੀਬੀ ਇਸ ਤਰ੍ਹਾਂ ਆਈ ਆ, ਗਰੀਬੀ ਇਸ ਤਰ੍ਹਾਂ ਜਾਵੇਗੀ, ਦੇਸ਼ ਆ ਹੁੰਦਾ ਹੈ, ਰਾਜੇ ਮਹਾਰਾਜੇ ਇਹ ਆ। ਫਿਰ ਬੰਤਾ ਕੁਝ ਕੁ ਉਹਦੇ ਅਰਥ ਦੱਸਣ ਮਗਰੋਂ ਜਦ ਫੁੰਮਣ ਉਹਦੇ ਕੋਲ ਬਾਰ-ਬਾਰ ਅਰਥ ਪੁੱਛਦਾ, ਹਰ ਇੱਕ ਸ਼ਬਦ
ਦਾ ਅਰਥ ਪੁੱਛਦਾ ਤੇ ਬੰਤਾ ਥੋੜਾ ਜਿਹਾ ਖਿਝ ਜਾਂਦਾ ਤੇ ਉਹਨੂੰ ਆਖਦਾ ਹੈ ਕਿ ਤੇਰਾ ਮਾਸਟਰ ਤੈਨੂੰ ਕੁਝ ਵੀ ਨਹੀਂ ਦੱਸਦਾ ਤੇ ਜਾ ਹੁਣ ਤੂੰ ਥੋੜਾ ਚਿਰ ਖੇਡ ਲੈ, ਮੈਨੂੰ ਥੋੜਾ ਚਿਰ ਆਰਾਮ ਕਰ ਲੈਂਦੇ। ਫਿਰ ਉਹਦੇ ਖਿਆਲ ਹੁੰਦੇ ਕਿ ਬੰਤਾ ਸੋਚਦਾ ਹੈ ਕਿ ਕਿਵੇਂ ਤਾਰੋ ਸਵੈਟਰ ਉਣ ਰਹੀ ਹੈ ਤੇ ਉਹਨੂੰ ਦੇਖਦੇ ਦੇਖਦੇ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਜਦੋਂ ਉਸ ਦੀ ਮੰਗਣੀ ਹੋਈ ਸੀਗੀ। ਬੰਤਾ ਸੋਚਦਾ ਕਿ ਉਸ ਦੀ ਮੰਗਣੀ ਉਹਦੀ ਮਾਮੀ ਦੀ ਭਤੀਜੀ ਤਾਰੀ ਨਾਲ ਹੋਈ ਸੀਗੀ ਤੇ ਕਿਵੇਂ ਉਹ ਜਦ ਨਾਨਕੇ ਜਾਂਦਾ ਹੁੰਦਾ ਸੀਗਾ ਤੇ ਉਹਦੀ ਮਾਮੀ ਉਹਦੇ ਬਾਰੇ ਗੱਲਾਂ ਕਰਦੀ ਸੀਗੀ। ਅਜੇ ਵਿਆਹ ਨੂੰ ਬਹੁਤਾ ਮਨ ਨਹੀਂ ਸੀਗਾ ਬੰਤੇ ਦਾ, ਪਰ ਉਹਦੀ ਮਾਂ ਖੜੇ ਪੈ ਜਾਂਦੀ ਹੈ ਬੇਬੇ ਕਿ ਨਹੀਂ ਤੂੰ ਛੇਤੀ ਵਿਆਹ ਕਰਾ ਲਾ ਤੇ ਬੰਤੇ ਦਾ ਵਿਆਹ ਕਰਵਾ ਕੇ ਉਹਦੀ ਮਾਂ ਛੱਡ ਦਿੰਦੀ ਹੈ। ਬੰਤੇ ਦੇ ਆ ਕੇ ਮਨ ਤੇ ਬੋਝ ਪੈ ਜਾਂਦਾ ਹੈ ਕਿ ਅਜੇ ਤਾਂ ਬਹੁਤ ਸਾਰਾ ਕਰਜ਼ਾ ਪਿਤਾ ਵਾਲਾ ਹੀ ਰਹਿਣ ਵਾਲਾ ਹੈ। ਫਿਰ ਬੰਤੇ ਦੀਆਂ ਭੈਣਾਂ ਦੇ ਵਿਆਹ ਵੀ ਬੰਤੇ ਨੇ ਖੂਬ ਵਧੀਆ ਕੀਤੇ। ਬੰਤੇ ਨੂੰ ਇੰਝ ਵੀ ਪ੍ਰਤੀਤ ਹੋਇਆ ਕਿ ਉਹਦੀ ਮਾਂ ਨੇ ਵਿੱਤੋਂ ਵੱਧ ਚੀਜ਼ਾਂ ਜਿਹੜੀਆਂ ਉਹ ਭੈਣਾਂ ਦੇ ਵਿਆਹ ਤੇ ਖਰਚ ਕੀਤੀਆਂ ਨੇ। ਇੱਕ ਦਿਨ ਤਾਰੋ ਰੋਂਦੀ ਹੋਈ ਆਈ ਤੇ ਬੰਤੇ ਨੂੰ ਆਖਣ ਲੱਗੀ ਕਿ ਉਸ ਦੇ ਟਰੰਕ ਵਿੱਚੋਂ ਕੁਝ ਚੀਜ਼ਾਂ ਗਾਇਬ ਨੇ। ਗੁੱਸੇ ਵਾਲਾ ਮੂੰਹ ਦੇਖ ਕੇ ਉਹ ਤਾਰੋ ਉਸ ਨਾਲ ਰੁੱਸ ਕੇ ਬੈਠ ਜਾਂਦੀ ਹੈ ਤੇ ਉਹ ਆਖਦਾ ਹੈ ਕੋਈ ਗੱਲ ਨਹੀਂ, ਤੂੰ ਇੰਨਾ ਨਾ ਸੋਚ, ਕੋਈ ਗੱਲ ਨਹੀਂ, ਸਾਰਾ ਕੁਝ ਠੀਕ ਹੋ ਜਾਵੇਗਾ। ਉਹ ਆਖਦੀ ਹੈ ਤੂੰ ਮੇਰੀ ਕੋਈ ਪਰਵਾਹ ਨਹੀਂ ਕਰਦਾ। ਬੰਤਾ ਕਹਿੰਦਾ ਨਹੀਂ, ਮੈਂ ਸਾਰਾ ਕੁਝ ਠੀਕ ਕਰਾਂਗਾ, ਤੇਰੀ ਤਬੀਅਤ ਵੀ ਠੀਕ ਹੋ ਜਾਵੇਗੀ, ਤੂੰ ਬੈਠ, ਛੱਡ ਦੇ ਗੱਲਾਂ। ਫਿਰ ਉਹ ਆਖਦੀ ਹੈ ਵੀ ਤੈਨੂੰ ਤਾਂ ਗੱਲਾਂ ਹੀ ਆਉਂਦੀਆਂ ਨੇ, ਹੋਰ ਕੁਝ ਨਹੀਂ ਆਉਂਦਾ। ਬੰਤਾ ਗੱਲ ਨੂੰ ਹਾਸੇ ਵਿੱਚ ਪਾਉਂਦਾ ਹੈ ਨਹੀਂ ਨਹੀਂ, ਮੈਨੂੰ ਤਾਂ ਭੰਗੜਾ ਵੀ ਪਾਉਣਾ ਆਉਂਦਾ ਹੈ, ਬੋਲੀਆਂ ਵੀ ਪਾ ਸਕਦਾ ਹੈ ਤੇ ਮੈਂ ਤਾਂ ਰਕਸ਼ਾ ਵੀ ਚਲਾ ਲੈਣਾ ਹੈ। ਫਿਰ ਉਹਦਾ ਗੁੱਸਾ ਕੁਝ ਘਟ ਜਾਂਦਾ ਹੈ ਤੇ ਤਾਰੋ ਵੀ ਘਰ ਦੀਆਂ ਗੱਲਾਂ ਦੇ ਵਿੱਚ ਫਿਰ ਕੁਝ ਰਚ ਮਿਚ ਜਾਂਦੀ ਹੈ। ਬੰਤਾ ਮਨ ਹੀ ਮਨ ਸੋਚਦਾ ਹੈ ਕਿ ਉਹ ਤਾਰੋ ਦੀ ਝੋਲੀ ਪੈਸਿਆਂ ਦੇ ਨਾਲ ਭਰ ਦੇਵੇ, ਬਹੁਤ ਸਾਰੇ ਉਹਦੇ ਕੋਲ ਪੈਸੇ ਆ ਜਾਣ। ਫਿਰ ਉਸੇ ਰਾਤ ਜਦ ਸੋਚਦਾ ਕਿ ਉਹਨੂੰ 5-7 ਰੁਪਏ ਦਿੰਦਾ ਹੈ ਤੇ ਉਹਦੇ ਮੂੰਹ ਤੇ ਕਿਵੇਂ ਖਿੜਾ ਆ ਜਾਂਦਾ ਹੈ। ਬੰਤੇ ਦੇ ਮਨ ਦੀ ਜਿਹੜੀ ਸਾਰੀ ਚਿੰਤਾ ਸੀਗੀ ਉਹ ਦੂਰ ਹੋ ਜਾਂਦੀ ਹੈ ਤੇ ਕਈ ਵਾਰੀ ਤਾਂ ਉਹਨੂੰ ਇੰਝ ਲੱਗਦਾ ਕਿ ਉਹਨੂੰ ਬਹੁਤ ਥਕਾਵਟ ਆ ਤੇ ਉਹਦਾ ਮਨ ਵੀ ਰੋਟੀ ਖਾਣ ਨੂੰ ਬਿਲਕੁਲ ਹੀ ਨਹੀਂ ਕਰਦਾ। ਤੇ ਜਦ ਤਾਰੋ ਉਹਦੇ ਹੱਥੋਂ ਪੈਸੇ ਫੜਦੀ ਹੈ, ਖੜੀ ਹੀ ਰਹਿ ਜਾਂਦੀ ਹੈ ਤੇ ਉਹਨੂੰ ਉਹਦੇ ਤੇ ਬੜਾ ਤਰਸ ਆਉਂਦਾ ਹੈ, ਪਰ ਸੋਚਦਾ ਹੈ ਕਿ ਇਹ ਵੀ ਮੇਰੇ ਵੱਸ ਦੀ ਕੋਈ ਗੱਲ ਨਹੀਂ, ਮੈਂ ਵੀ ਇਹਨੂੰ ਕਿਵੇਂ ਇਸ ਚੀਜ਼ ਨੂੰ ਰੋਕ ਸਕਦਾ, ਕਿਉਂਕਿ ਬੇਟਾ ਜਿਹੜਾ ਕਿਰਤੀ ਬੰਦਾ ਹੈ ਉਹਦੇ ਕੋਲ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੇ ਉਹਨਾਂ ਦੇ ਆਸਰੇ ਹੀ ਉਹ ਜ਼ਿੰਦਗੀ ਬਤੀਤ ਕਰਦਾ ਹੈ। ਫਿਰ ਬੰਤੇ ਨੂੰ ਖਿਆਲ ਆਉਂਦਾ ਹੈ ਕਿ ਕਿਵੇਂ ਇੱਕ ਵਾਰ ਬਸੰਤ ਪੰਚਮੀ ਵਾਲੇ ਦਿਨ ਉਹ ਆਪਣੀ ਬੇਬੇ ਤੇ ਤਾਰੋ ਨੂੰ ਰਕਸ਼ੇ ਤੇ ਬਿਠਾ ਕੇ ਛਿਹਾਟਾ ਸਾਹਿਬ ਗੁਰਦੁਆਰੇ ਲੈ ਕੇ ਜਾਂਦਾ ਹੈ। ਬੰਤੇ ਨੂੰ ਉਹਨਾਂ ਨੇ ਕਿਹਾ ਸੀਗਾ ਵੀ ਗਲੀ ਗੁਆਂਢ ਦੇ ਸਾਹਮਣੇ ਉਹ ਰਕਸ਼ੇ ਤੇ ਨਾ ਬਿਠਾਵੇ, ਜਾਂ ਥੋੜਾ ਜਿਹਾ ਗਲੀ ਅੱਗੇ ਲੰਘ ਜਾਵੇ ਤੇ ਫਿਰ ਉਹਨਾਂ ਨੂੰ ਬਿਠਾਵੇ। ਉਹਨਾਂ ਨੂੰ ਇਸ ਤਰ੍ਹਾਂ ਇੱਕ ਆਪਣੇ ਘਰ ਦੇ ਰਕਸ਼ੇ ਤੇ ਬੈਠਿਆਂ ਸ਼ਰਮ ਆਉਂਦੀ ਸੀ। ਬੰਤਾ ਕੁਝ ਅੱਗੇ ਜਾ ਕੇ ਉਹਨਾਂ ਨੂੰ ਬਿਠਾ ਲੈਂਦਾ ਹੈ ਤੇ ਛਿਹਾਟਾ ਸਾਹਿਬ ਗੁਰਦੁਆਰੇ ਨੂੰ ਹੌਲੀ ਹੌਲੀ ਉਹ ਜਾ ਰਹੇ ਨੇ। ਬੰਤਾ ਨੂੰ ਮਹਿਸੂਸ ਹੁੰਦਾ ਕਿ ਜਿਵੇਂ ਪਿੱਛੇ ਬੇਬੇ ਆਰਾਮ ਨਾਲ ਨਹੀਂ ਬੈਠੀ ਤੇ ਉਹ ਬੇਬੇ ਨੂੰ ਆਖਦਾ ਬੇਬੇ ਤੂੰ ਤਾਰਨ ਨੂੰ ਪਕੜ ਕੇ ਬੈਠ ਜਾ, ਤੇ ਉਹਨੂੰ ਰੋਕਦੀ ਵੀ ਆ ਕਿ ਬੰਤਿਆ ਤੂੰ ਰਕਸ਼ਾ ਬਹੁਤ ਤੇਜ਼ ਚਲਾ ਰਿਹਾ। ਤੇ ਉਹ ਆਖਦੀ ਹੈ ਕਿ ਬੰਤੇ ਤੂੰ ਰਕਸ਼ਾ ਹੌਲੀ ਕਰ, ਇਹ ਡਿੱਗ ਜਾਵਾਂਗੀਆਂ। ਤੇ ਜਦੋਂ ਉਹਨੂੰ ਆਖਦਾ ਕਿ ਤੂੰ ਤਾਰਨ ਨੂੰ ਪਕੜ ਲਾ ਤੇ ਉਹ ਆਖਦੀ ਹੈ ਕਿ ਤੂੰ ਦੇਖ ਤਾਰਨ ਨੂੰ ਤਾਂ ਮੈਂ ਫੜਿਆ ਹੋਇਆ ਹੈ। ਉਹ ਵਾਕਈ ਦੇਖਦਾ ਹੈ ਤੇ ਤਾਰਨ ਨੂੰ ਬੇਬੇ ਨੇ ਫੜਿਆ ਹੋਇਆ ਸੀਗਾ। ਫਿਰ ਉਹ ਥੋੜਾ ਥੋੜਾ ਹੱਸਣ ਲੱਗ ਜਾਂਦਾ ਹੈ ਤੇ ਥੋੜਾ ਜਿਹਾ ਰਕਸ਼ਾ ਹੌਲੀ ਕਰ ਲੈਂਦਾ ਹੈ, ਪਰ ਬੰਤੇ ਦਾ ਮਨ ਇੰਝ ਹੈ ਕਿ ਜਿਵੇਂ ਆਕਾਸ਼ ਵਿੱਚ ਉੱਡਦਾ ਪਿਆ ਹੈ। ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨੂੰ। ਸਫ਼ਰ ਤੈਅ ਕਰਦੇ ਕਰਦੇ ਹੌਲੀ ਹੌਲੀ ਉਹ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਂਦੇ ਨੇ। ਫਿਰ ਉਹ ਗੁਰਦੁਆਰਾ ਸਾਹਿਬ ਉੱਥੇ ਦੇਖਿਆ ਕਿ ਹਲ ਚੱਲ ਰਹੇ ਨੇ, ਉੱਥੇ ਹੱਥ ਪੈਰ ਧੋਂਦੇ ਨੇ ਤੇ ਕੁਝ ਗੱਲਾਂ ਕਰਦੇ ਨੇ ਤੇ ਅੰਦਰ ਮੱਥਾ ਟੇਕਦੇ ਨੇ। ਬੰਤੇ ਨੂੰ ਮਨ ਦੇ ਵਿੱਚ ਬੜੀ ਸ਼ਾਂਤੀ ਆਉਂਦੀ ਹੈ। ਫਿਰ ਪ੍ਰਸ਼ਾਦ ਲੈਂਦੇ ਨੇ, ਛਕਦੇ ਨੇ। ਬੰਤੇ ਨੇ ਉੱਥੋਂ ਇੱਕ ਫੁੱਲ ਵੀ ਲਿਆ ਹੈ ਤੇ ਜਿਸ ਨੂੰ ਆਪਣੀ ਪੱਗ ਵਿੱਚ ਟੰਗ ਲਿਆ। ਗੁਰਦੁਆਰਾ ਸਾਹਿਬ ਤੋਂ ਜਦ ਬਾਹਰ ਨਿਕਲੇ ਨੇ ਤੇ ਬੰਤੇ ਨੇ ਬੇਬੇ ਤੇ ਤਾਰੋ ਦਾ ਦਿੱਤਾ ਪ੍ਰਸ਼ਾਦ ਖਾਧਾ ਤੇ ਬੇਬੇ ਨੇ ਅਰਦਾਸ ਕੀਤੀ, ਅੱਛਾ ਸੁੱਖ ਰੱਖੇ, ਅਗਲੇ ਸਾਲ ਆਵਾਂਗੇ ਕਾਕੇ ਨੂੰ ਨਾਲ ਲੈ ਕੇ। ਫਿਰ ਉਹਨਾਂ ਨੇ ਪਕੌੜਿਆਂ ਤੇ ਚਾਰ ਨਾਲ ਰੋਟੀਆਂ ਖਾਧੀਆਂ। ਬੰਤਾ ਨੇੜੇ ਹੀ ਇੱਕ ਰੁੱਖ ਦੇ ਲਾਗੇ ਸੌਂ ਗਿਆ ਤੇ ਬੇਬੇ ਤੇ ਤਾਰੋ ਆਪਸ ਵਿੱਚ ਗੱਲਾਂ ਕਰਦੇ ਰਹੀਆਂ। ਬੰਤੇ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਅੱਜ ਵੀ ਬਸੰਤ ਪੰਚਮੀ ਵਾਲੇ ਦਿਨ ਦੀ ਨੀਂਦਰ ਲੈ ਰਿਹਾ ਹੋਵੇ।
ਬੰਤੇ ਨੂੰ ਇਹ ਗੱਲ ਚੇਤੇ ਆਈ ਕਿ ਇੱਕ ਵਾਰ ਜਦੋਂ ਤਾਰੋ ਉਸ ਦੇ ਰਕਸ਼ੇ ਤੇ ਬੈਠਦੀ ਏ ਤੇ ਉਹ ਆਪਣੇ ਬੇਟੇ ਫੁੰਮਣ ਦੀ ਦਵਾਈ ਲੈਣ ਵਾਸਤੇ ਜਾਣਾ ਹੈ ਤੇ ਤਾਰੋ ਨੇ ਬੇਬੇ ਦੀਆਂ ਕੋਈ ਪੁਰਾਣੀਆਂ ਸ਼ਿਕਾਇਤਾਂ ਵੀ ਗੱਲ ਕੀਤੀ ਸੀ ਤੇ ਤਾਰੋ ਨੇ ਉਸ ਸਮੇਂ ਵੀ ਬਹੁਤ ਸ਼ਰਮ ਮਹਿਸੂਸ ਕੀਤੀ ਸੀ। ਹੁਣ ਬੰਤਾ ਅਕਸਰ ਇਹ ਸੋਚਦਾ ਹੈ ਕਿ ਜਦੋਂ ਫੁੰਮਣ ਦਾ ਜਨਮ ਹੋਇਆ ਉਸ ਤੋਂ ਬਾਅਦ ਤਾਰੋ ਕਿਸੇ ਨਾ ਕਿਸੇ ਤਕਲੀਫ ਵਿੱਚ ਰਹਿੰਦੀ ਹੈ। ਦੂਜਾ ਸੋਚਦਾ ਹੈ ਕਿ ਹੁਣ ਘਰ ਦਾ ਖਰਚ ਵੀ ਬਹੁਤ ਵੱਧ ਗਿਆ ਹੈ, ਪੈਸੇ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਆਉਂਦਾ ਹੈ ਤੇ ਕਿੱਧਰ ਚਲਾ ਜਾਂਦਾ ਹੈ। ਨਾਲ ਹੀ ਸੋਚਦਾ ਹੈ ਕਿ ਬੇਬੇ ਦਾ ਸੁਭਾਅ ਵੀ ਬਹੁਤ ਹੀ ਚਿੜਚਿੜਾ ਹੋ ਗਿਆ, ਵੇਲੇ ਕੁ ਵੇਲੇ ਕੋਈ ਨਾ ਕੋਈ ਸਾੜਵੀਂ ਗੱਲ ਕਰਦੀ ਰਹਿੰਦੀ ਹੈ। ਦੂਜਾ ਬੰਦਾ ਇਹ ਵੀ ਸੋਚ ਕਰਦਾ ਹੈ ਕਿ ਜਦੋਂ ਕਿਸੇ ਦਿਨ ਉਹ ਬਹੁਤ ਪੈਸੇ ਕਮਾ ਲਿਆਵੇ ਤੇ ਉਸ ਦਿਨ ਘਰ ਵਿੱਚ ਕਲੇਸ਼ ਵੀ ਨਹੀਂ ਸੀ ਪੈਂਦਾ। ਉਹਨੇ ਇਸ ਗੱਲ ਦਾ ਇਹ ਨਤੀਜਾ ਲੈ ਲਿਆ ਸੀਗਾ ਵੀ ਸਾਰੀ ਸਮੱਸਿਆ ਦਾ ਜਿਹੜਾ ਕਾਰਨ ਆ ਉਹ ਪੈਸਾ ਹੀ ਹੈ। ਜਿਸ ਦਿਨ ਪੈਸਾ ਘਰ ਨਹੀਂ ਆਵੇਗਾ ਉਸ ਦਿਨ ਕਲੇਸ਼ ਹੋਵੇਗਾ, ਜਿਸ ਦਿਨ ਪੈਸੇ ਬਹੁਤ ਕਮਾ ਲੈਂਦਾ ਸੀਗਾ ਤੇ ਕਲੇਸ਼ ਨਹੀਂ ਸੀ ਪੈਂਦਾ। ਫਿਰ ਬੰਤਾ ਸੋਚਦਾ ਹੈ ਕਿ ਪੈਸੇ ਕਮਾਉਣ ਦੇ ਹੋਰ ਵੀ ਬੜੇ ਜ਼ਰੀਏ ਨੇ, ਕੋਈ ਇਹੋ ਜਿਹੇ ਕੰਮ ਗੈਰ ਕਾਨੂੰਨੀ ਕੀਤੇ ਜਾਣ ਜਿਹਦੇ ਨਾਲ ਘਰ ਦੇ ਵਿੱਚ ਪੈਸਾ ਬਹੁਤ ਆਵੇ। ਉਹ ਆਪਣੇ ਕੁਝ ਅਜਿਹੇ ਵਾਕਫਕਾਰਾਂ ਬਾਰੇ ਸੋਚਦਾ ਹੈ ਕਿ ਉਹ ਕਿਵੇਂ ਕਿਵੇਂ ਇਸ ਤਰ੍ਹਾਂ ਪੈਸਾ ਕਮਾਉਂਦੇ ਨੇ। ਇੱਕ ਫੱਤੂ ਰਿਕਸ਼ੇ ਵਾਲਾ ਜਿਹੜਾ ਅਫੀਮ ਵੇਚਦਾ ਹੈ ਉਹਦੇ ਬਾਰੇ ਸੋਚਦਾ ਹੈ ਬੰਤਾ ਕਿ ਅਜਿਹਾ ਕਰ ਲਿਆ ਜਾਵੇ। ਫਿਰ ਉਹ ਸੋਚਦਾ ਹੈ ਕਿ ਕੁਝ ਅਜਿਹਾ ਇੱਕ ਨੱਥੂ ਨਾਂ ਦਾ ਰਕਸ਼ਾ ਚਾਲਕ ਆ ਜਿਹੜਾ ਲੋਕਾਂ ਸਵਾਰੀਆਂ ਦਾ ਜਿਹੜਾ ਸਮਾਨ ਵੀ ਆ ਚੋਰੀ ਕਰਕੇ ਲੈ ਜਾਂਦਾ ਹੈ। ਅਜਿਹੇ ਕੰਮ ਵੀ ਬਹੁਤ ਸਾਰੇ ਪੈਸੇ ਨੂੰ ਜਿਹੜਾ ਜਨਮ ਦਿੰਦੇ ਨੇ, ਪਰ ਉਹ ਸੋਚਦਾ ਨਹੀਂ ਬੰਤਿਆ ਇਹ ਤਾਂ ਬਹੁਤ ਹੀ ਘਟੀਆ ਤੇ ਨਮੋਸ਼ੀ ਵਾਲਾ ਕੰਮ ਆ। ਫਿਰ ਉਸਨੂੰ ਕਿਸ਼ਨੇ ਵਰਗਾ ਇੱਕ ਚੰਗਾ ਬੰਦਾ ਵੀ ਯਾਦ ਆਉਂਦਾ ਹੈ। ਉਹ ਯਾਦ ਕਰਦਾ ਹੈ ਕਿ ਕਿਵੇਂ ਇੱਕ ਵਾਰ ਉਹਦੇ ਰਕਸ਼ੇ ਤੇ ਕਿਸੇ ਸਵਾਰੀਆਂ ਦਾ ਸਮਾਨ ਰਹਿ ਗਿਆ ਸੀਗਾ ਤੇ ਉਹ ਉਸ ਪਰਿਵਾਰ ਨੂੰ ਜਾ ਕੇ ਤੇ ਉਹ ਸਮਾਨ ਵਾਪਸ ਕਰਕੇ ਆਉਂਦਾ ਹੈ ਜਿਹਦੇ ਵਿੱਚ ਉਹਨਾਂ ਦੇ ਕੁਝ ਗਹਿਣੇ ਵੀ ਹੁੰਦੇ ਸੀਗੇ। ਬੰਤੇ ਦਾ ਮਨ ਕਰਦਾ ਨਹੀਂ, ਆਦਮੀ ਬਣਨਾ ਤੇ ਅਜਿਹੇ ਬਣਨਾ ਹੈ ਜਿਹੜੇ ਕਿਸੇ ਨੂੰ ਦੇ ਆਦਰਸ਼ ਬਣਦੇ ਨੇ। ਕੋਈ ਘਟੀਆ ਕੰਮ ਕਰਕੇ ਪੈਸਾ ਕਮਾਉਣਾ ਚੰਗੀ ਗੱਲ ਨਹੀਂ ਹੈਗੀ। ਫਿਰ ਉਹ ਸੋਚਦਾ ਹੈ ਕਿ ਅਜਿਹੇ ਚੰਗੇ ਬੰਦੇ ਸਮਾਜ ਦੇ ਵਿੱਚ ਹੀ ਜਿਹੜੇ ਆ ਉਹ ਇੱਕ ਛਾਪ ਛੱਡਦੇ ਨੇ। ਸੋ ਬੇਟਾ ਇਹ ਗੱਲਾਂ ਜਿਹੜੀਆਂ ਨਾਲ ਨਾਲ ਚੱਲਦੀਆਂ ਤੁਸੀਂ ਇਹ ਵੀ ਨੋਟ ਕਰੀ ਜਾਣਾ ਹੈ ਕਿ ਕਿਵੇਂ ਬੰਤੇ ਦਾ ਸੁਭਾਅ ਪੁਰਾਣੇ ਖਿਆਲਾਤ ਦੇ ਬੰਦਿਆਂ ਦੇ ਨਾਲ ਅਜੋਕੇ ਨਵੇਂ ਬੰਦਿਆਂ ਦੀ ਸੋਚ ਵੀ ਰੱਖਦਾ ਹੈ। ਜੇ ਪੈਸਾ ਕਮਾਉਣਾ ਹੈ ਤੇ ਉਹਨੂੰ ਇੱਜ਼ਤਦਾਰ ਬਣ ਕੇ ਕਮਾਇਆ ਜਾਵੇ, ਨਾ ਕਿ ਕੋਈ ਅਜਿਹਾ ਕੰਮ ਕੀਤਾ ਜਾਵੇ ਜਿਹਦੇ ਨਾਲ ਉਹਨੂੰ ਸਮਾਜ ਵਿੱਚ ਕੁਝ ਦੋਸ਼ੀ ਠਹਿਰਾਇਆ ਜਾਵੇ। ਬੰਤਾ ਅਜਿਹੀਆਂ ਗੱਲਾਂ ਜੇ ਸੋਚ ਹੀ ਰਿਹਾ ਹੁੰਦਾ ਸੀ ਕਿ ਤਾਰੋ ਉਸਨੂੰ ਆਖਦੀ ਹੈ ਕਿ ਤੂੰ ਜਾਣਾ ਨਹੀਂ ਹੈ ਤੇ ਉਹਨੂੰ ਆਖਦਾ ਕਿ ਤੂੰ ਇਸ ਤਰ੍ਹਾਂ ਕਰ, ਚਾਹ ਬਣਾ ਕੇ ਲਿਆ। ਪਰ ਬੰਤੇ ਦਾ ਮਨ ਅਜੇ ਵੀ ਦੁਖੀ ਹੈ ਕਿ ਤਾਰੋ ਉਸ ਕੋਲ ਕਿਉਂ ਨਹੀਂ ਬੈਠੀ। ਉਹ ਚਾਹੁੰਦਾ ਹੈ ਕਿ ਉਸ ਕੋਲ ਬੈਠੇ, ਕੁਝ ਉਹਦੇ ਨਾਲ ਗੱਲਾਂ ਕਰੇ। ਫਿਰ ਕਦੇ ਸੋਚਦਾ ਹੈ ਕਿ ਉਹ ਕਿਤੇ ਪ੍ਰਦੇਸ਼ ਚਲਾ ਜਾਵੇ, ਉੱਥੋਂ ਕੋਈ ਕਮਾਈ ਕਰਕੇ ਲਿਆਵੇ, ਤਾਰੋ ਦੀਆਂ ਰੀਝਾਂ ਪੂਰੀਆਂ ਕਰੇ, ਘਰ ਦਾ ਜਿਹੜਾ ਪੈਸੇ ਦਾ ਕਿੱਲਤ ਆ ਉਹਨੂੰ ਦੂਰ ਕਰ ਦੇਵੇ। ਤਾਰੋ ਜਦ ਉਸ ਕੋ ਚਾਹ ਲੈ ਕੇ ਆਉਂਦੀ ਹੈ ਤੇ ਉਹ ਉਹਦੇ ਨਾਲ ਕੁਝ ਮੁਹੱਬਤ ਭਰੀਆਂ ਗੱਲਾਂ ਕਰਦਾ ਹੈ। ਤਾਰੋ ਚੁੱਪ ਕਰਕੇ ਇੱਕ ਪਾਸੇ ਮੂੰਹ ਕਰਕੇ ਚਲੇ ਜਾਂਦੀ ਹੈ। ਫਿਰ ਬੰਤੇ ਦੇ ਮਨ ਵਿੱਚ ਇਹੀ ਆਉਂਦਾ ਹੈ ਕਿ ਇਹਦਾ ਕਾਰਨ ਤਾਂ ਸ਼ਾਇਦ ਘਰ ਵਿੱਚ ਪੈਸਿਆਂ ਦੀ ਕਮੀ ਆ। ਸੋਚਦਿਆਂ ਬੰਤੇ ਨੂੰ ਉਹ ਇੱਕ ਹੋਰ ਦਿਨ ਯਾਦ ਆਉਂਦਾ ਹੈ ਜਦੋਂ ਬਹੁਤ ਸਾਰੀ ਬਾਰਿਸ਼ ਪਈ ਸੀਗੀ ਤੇ ਉਹ ਭਿੱਜਾ ਹੋਇਆ ਘਰ ਵਾਪਸ ਆਇਆ ਸੀਗਾ। ਉਸ ਨੂੰ ਕਾਂਬਾ ਚੜਿਆ ਹੋਇਆ ਸੀਗਾ। ਵੱਡੀ ਗੱਲ, ਉਸ ਦਿਨ ਬੰਤੇ ਨੂੰ ਕੋਈ ਵੀ ਸਵਾਰੀ ਨਹੀਂ ਸੀ ਮਿਲੀ। ਤਾਰੋ ਅਫਸੋਸੀ ਜਿਹੀ ਬੈਠੀ ਨਜ਼ਰ ਆਈ ਉਸਨੂੰ। ਉਸਨੇ ਅਜੇ ਚੁੱਲ੍ਹੇ ਵਿੱਚ ਅੱਗ ਵੀ ਨਹੀਂ ਸੀ ਬਾਲੀ। ਬੰਤੇ ਨੇ ਉਸਨੂੰ ਚਾਹ ਬਣਾ ਕੇ ਦੇਣ ਲਈ ਜਦ ਆਖਿਆ, ਤਾਰੋ ਨੇ ਗੁੱਸੇ ਵਿੱਚ ਕਿਹਾ ਕਿ ਗੁੜ ਲੈ ਆਵੇ। ਬੰਤਾ ਬਾਜ਼ਾਰ ਜਾਂਦਾ ਹੈ ਤੇ ਗੁੜ ਲੈ ਕੇ ਆ ਜਾਂਦਾ ਹੈ ਤੇ ਉਸਨੂੰ ਫਿਰ ਚਾਹ ਬਣਾਉਣ ਲਈ ਆਖਦਾ ਹੈ। ਅਸਲ 'ਚ ਕੀ ਆ ਕਿ ਉਹਨਾਂ ਦੇ ਘਰ ਇੱਕ ਜੱਸੀ ਦੇ ਵਿਆਹ ਦਾ ਕਾਰਡ ਆਇਆ ਹੈ ਤੇ ਉਹ ਹੁਣ ਉਹਨਾਂ ਨੂੰ ਪਤਾ ਹੈ ਕਿ ਨਾ ਤਾਂ ਪੈਸੇ ਨੇ, ਨਾ ਚੱਜ ਦੇ ਕੱਪੜੇ ਨੇ ਤੇ ਵਿਆਹ 'ਚ ਕਿਵੇਂ ਜਾਇਆ ਜਾਵੇ। ਬੰਤੇ ਇੱਕ ਗੱਲ ਆਖਦਾ ਹੈ ਕਿ ਵਿਆਹ ਤਾਂ ਉਂਝ ਜ਼ਰੂਰੀ ਹੈ, ਪਰ ਮੈਂ ਅਜੇ ਨਹੀਂ ਸੀ ਬਲਾ ਸਹੇੜਨੀ ਚਾਹੁੰਦਾ, ਪਰ ਬੇਬੇ ਖੇੜੇ ਪੈ ਗਈ। ਜਦ ਉਹ ਇੰਨੀ ਗੱਲ ਕਰਦਾ ਤੇ ਤਾਰੋ ਚਾਟੋ ਨੂੰ ਆਖਦੀ, ਅੱਛਾ ਹੁਣ ਮੈਂ ਬਲਾ ਨਜ਼ਰ ਆਉਂਦੀ ਹਾਂ। ਉਹਨਾਂ ਦੋਵਾਂ ਦੇ ਵਿਚਕਾਰ ਕੁਝ ਤਲਖੀ ਵੱਧ ਜਾਂਦੀ ਹੈ। ਕੁਝ ਬੰਦਾ ਉਹਦੇ ਭਰਾਵਾਂ ਬਾਰੇ ਤਾਰੋ ਦੇ ਕੁਝ ਇੱਕ ਦੋ ਗੱਲਾਂ ਕਰ ਦਿੰਦਾ ਹੈ।
ਜਦ ਉਹਨਾਂ ਦੀ ਤਲਖੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਬੰਤਾ ਤਾਰੋ ਦੀ ਪਿੱਠ ਤੇ 2-4 ਤਫੇ ਵੀ ਮਾਰ ਦਿੰਦਾ ਹੈ। ਇਹ ਦੇਖ ਕੇ ਬੱਚੇ ਰੋਣ ਲੱਗ ਜਾਂਦੇ ਆ, ਤਾਰੋ ਵੀ ਡੁਸਕਣ ਲੱਗ ਜਾਂਦੀ ਹੈ। ਬੰਤਾ ਅਜਿਹਾ ਕਰਕੇ ਮਨ ਅਸ਼ਾਂਤ ਹੋ ਜਾਂਦਾ ਉਹਦਾ ਤੇ ਘਰੋਂ ਬਾਹਰ ਨਿਕਲ ਤੁਰਦਾ ਹੈ। ਫਿਰ ਉਹਨੂੰ ਯਾਦ ਆਉਂਦਾ ਹੈ ਕਿ ਕਿਵੇਂ ਉਸ ਦਾ ਬਾਪੂ ਵੀ ਉਸ ਦੀ ਬੇਬੇ ਨੂੰ ਮਾਰਦਾ ਹੁੰਦਾ ਸੀ। ਉਹਨੂੰ ਆਪਣੇ ਬਾਪੂ ਦਾ ਬੇਬੇ ਨੂੰ ਮਾਰਨਾ ਚੰਗਾ ਨਹੀਂ ਸੀ ਲੱਗਾ। ਫਿਰ ਉਹ ਜਦ ਆਪਣੇ ਬਾਪੂ ਕੋਲ ਅਜਿਹਾ ਹੁੰਦਾ ਦੇਖ ਕੇ ਆਪਣੀ ਬੇਬੇ ਕੋਲ ਚਲਾ ਜਾਂਦਾ ਸੀਗਾ ਤੇ ਬਾਪੂ ਉਸ ਨੂੰ ਆਖਦਾ ਸੀਗਾ, ਤੂੰ ਵੀ ਕਾਕਾ ਬੇਬੇ ਵੱਲ ਦਾ ਹੈ। ਤੇ ਉਹ ਝੱਟ ਆਖਦਾ ਸੀ, ਹਾਂ ਬਾਪੂ ਮੈਂ ਬੇਬੇ ਵੱਲ ਦਾ ਹੀ ਹਾਂ। ਪਰ ਉਹਦੇ ਮਨ ਵਿੱਚ ਅਜਿਹਾ ਖਿਆਲ ਆਉਂਦਾ ਕਿ ਨਹੀਂ, ਉਹ ਕਦੇ ਵੀ ਆਪਣੀ ਪਤਨੀ ਨੂੰ ਨਹੀਂ ਮਾਰੇਗਾ। ਪਰ ਅੱਜ ਜਦ ਉਸਨੇ ਤਾਰੋ ਨੂੰ ਮਾਰਿਆ ਸੀਗਾ ਤਾਂ ਉਸਨੂੰ ਉੱਕਾ ਹੀ ਚੰਗਾ ਨਹੀਂ ਸੀ ਲੱਗਾ। ਉਹ ਸਿਗਰਟ ਦੀ ਡੱਬੀ ਫੜਦਾ ਹੈ ਤੇ ਸਿਗਰਟ ਪੀਂਦਾ ਹੋਇਆ ਉਸ ਦਾ ਮਨ ਅਸ਼ਾਂਤ ਹੈ ਤੇ ਹੁਣ ਕਿਤੇ ਜਾਣਾ ਚਾਹੁੰਦਾ ਹੈ। ਫਿਰ ਉਹਨੂੰ ਯਾਦ ਆਉਂਦਾ ਹੈ ਉਹਦਾ ਮਿੱਤਰ ਡੈਮਗੰਜ ਰਹਿੰਦਾ ਹੈ ਦਿਆਲਾ, ਤੇ ਉਹ ਉਹਦੇ ਕੋਲ ਪਹੁੰਚ ਜਾਂਦਾ ਹੈ। ਦਿਆਲੇ ਦੀ ਪਤਨੀ ਅਕਸਰ ਹੀ ਉਹਦੇ ਘਰ ਨਹੀਂ ਰਹਿੰਦੀ। ਕਾਰਨ ਹੈ ਕਿ ਦਿਆਲਾ ਵੀ ਉਹਦੇ ਨਾਲ ਮਾਰਕੁੱਟ ਹੁੰਦੀ ਰਹਿੰਦੀ ਹੈ। ਬੰਤਾ ਆਪਣੀ ਬੇਚੈਨੀ ਬਾਰੇ ਜਦ ਦਿਆਲੇ ਨੂੰ ਦੱਸਦਾ ਹੈ ਤੇ ਉਹ ਵੀ ਕਿ ਮੇਰੀ ਤਾਰੋ ਨਾਲ ਅੱਜ ਖੈਬੜ ਹੋ ਗਈ ਹੈ, ਤੇ ਦਿਆਲਾ ਆਖ ਦਿੰਦਾ, ਨਹੀਂ ਇਹ ਤਾਂ ਮਾਮੂਲੀ ਗੱਲ ਆ, ਕੋਈ ਗੱਲ ਨਹੀਂ, ਤੂੰ ਆ ਜਾ, ਬੈਠ ਜਾ ਰਜਾਈ ਵਿੱਚ, ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈ ਕੇ ਆਉਣਾ। ਦਿਆਲਾ ਚਲਾ ਜਾਂਦਾ ਹੈ ਤੇ ਚਾਹ ਬਣਾ ਕੇ ਉਹਦੇ ਵਾਸਤੇ ਲੈ ਆਉਂਦਾ ਹੈ। ਡੰਡੀਆਂ ਵਾਲੇ ਕੱਪ ਦੇ ਵਿੱਚ, ਟੁੱਟੀਆਂ ਡੰਡੀਆਂ ਵਾਲੇ ਕੱਪ ਦੇ ਵਿੱਚ ਚਾਹ ਲੈ ਕੇ ਆਉਂਦਾ ਹੈ। ਬੰਦਾ ਦੇਖਦਾ ਹੈ ਕਿ ਕਿਵੇਂ ਉਸਦਾ ਕਮਰਾ ਛੋਟਾ ਜਿਹਾ ਹੈ ਤੇ ਉਹ ਗਿਲਾਫ ਲੈ ਕੇ ਉਹਦੇ ਕੋਲ ਬੈਠ ਜਾਂਦਾ ਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਬੰਤਾ ਉਹਦੇ ਨਾਲ ਗੱਲ ਕਰਦਾ ਹੈ ਕਿ ਇਹ ਸਾਡੀ ਗਰੀਬੀ ਕਿੰਨਾ ਕੁ ਚਿਰ ਇੰਝ ਰਹੇਗੀ। ਗੱਲਾਂ ਚੱਲਦੀਆਂ ਤੋਂ ਕਿਉਂ ਨਾ ਆਪਾਂ ਯੂਨੀਅਨ ਵਿੱਚ ਗੱਲ ਕਰੀਏ, ਕਿਰਾਇਆ ਵਧਾ ਦਈਏ। ਅੱਗੇ ਵੀ ਗੱਲਾਂ ਚੱਲੀਆਂ ਨੇ, ਬਹੁਤ ਸਾਰੀਆਂ ਯੂਨੀਅਨਾਂ ਨੇ। ਇੰਝ ਨਾ ਕੀਤਾ ਜਾਵੇ ਕਿ ਯੂਨੀਅਨ ਸਾਰੀਆਂ ਇੱਕ ਕਰ ਦਿੱਤੀਆਂ ਜਾਣ। ਦੋਨਾਂ ਦੇ ਵਿਚਾਰ ਵੱਖਰੇ ਵੱਖਰੇ ਚੱਲਦੇ ਨੇ ਤੇ ਪਰ ਉਹ ਸੋਚਦੇ ਨੇ ਕਿ ਅਸੀਂ ਦੋਨੋਂ ਕੀ ਕਰ ਸਕਦੇ ਹਾਂ। ਜੇ ਸਾਰੀਆਂ ਯੂਨੀਅਨਾਂ ਇੰਝ ਇੱਕ ਹੋ ਜਾਣ ਤੇ ਸ਼ਾਇਦ ਸਾਡੇ ਵਰਗੇ ਲੋਕਾਂ ਦੀ ਗਰੀਬੀ ਵੀ ਖਤਮ ਹੋ ਜਾਵੇ। ਬੰਤੇ ਦਾ ਧਿਆਨ ਫਿਰ ਵੀ ਉੱਥੋਂ ਭਟਕ ਕੇ ਘਰ ਵੱਲ ਹੀ ਚਲਾ ਜਾਂਦਾ ਹੈ। ਸੋਚਦਾ ਹੈ ਕਿ ਖਰੇ ਤਾਰੋ ਨੇ ਰੋਟੀ ਵੀ ਖਾਧੀ ਹੈ ਜਾਂ ਨਹੀਂ ਖਾਧੀ। ਫਿਰ ਉਹ ਮਨ ਉਹਦਾ ਬੇਚੈਨ ਹੈ ਤੇ ਉੱਥੋਂ ਜਾਣ ਲਈ ਕਾਹਲਾ ਪੈ ਜਾਂਦਾ ਹੈ ਕਿ ਹੁਣ ਇੱਥੋਂ ਚੱਲਿਆ ਜਾਵੇ। ਦਿਆਲਾ ਨੂੰ ਆਖਦਾ ਕਿ ਚੱਲ ਮੈਂ ਤੈਨੂੰ ਛੱਡ ਆਵਾਂ, ਤੇ ਦਿਆਲਾ ਉਸ ਨੂੰ ਰਕਸ਼ੇ ਤੇ ਜਦ ਬਿਠਾਉਂਦਾ ਤੇ ਉਹ ਆਖਦਾ ਹੈ ਕਿ ਮੈਂ ਚਲਾਉਂਦਾ ਰਕਸ਼ਾ। ਬੰਦਾ ਕਹਿੰਦਾ ਨਹੀਂ ਕੋਈ ਨਹੀਂ, ਮੈਂ ਚਲਾਉਣਾ ਹੈ। ਪਰ ਦਿਆਲਾ ਕਹਿੰਦਾ ਨਹੀਂ, ਤੂੰ ਬੈਠ, ਮੈਂ ਹੀ ਚਲਾਉਣਾ ਹੈ। ਦਿਆਲਾ ਗੁਣਗੁਣਾ ਰਿਹਾ ਕੁਝ ਨਾ ਕੁਝ ਤੇ ਬੰਤੇ ਨੂੰ ਆਖਦਾ ਕਿ ਤੂੰ ਵੀ ਕੁਝ ਗਾ। ਬੰਤੇ ਨੇ ਵੀ ਪਹਿਲਾਂ ਤਾਂ ਉਹਨੂੰ ਕਹਿ ਦਿੰਦਾ ਵੀ ਇੰਝ ਥੋੜ੍ਹੀ ਚੰਗਾ ਲੱਗਦਾ ਹੈ ਕਿ ਜਿੱਥੇ ਮਰਜ਼ੀ ਗਾ ਲਈਏ। ਫਿਰ ਬੰਤਾ ਵੀ ਕੰਨ ਤੇ ਹੱਥ ਰੱਖ ਕੇ ਹੀਰ ਗਾਉਣ ਲੱਗ ਜਾਂਦਾ ਹੈ। ਬੰਤੇ ਦਾ ਘਰ ਆ ਜਾਂਦਾ ਤੇ ਦਿਆਲਾ ਉਸ ਨੂੰ ਛੱਡ ਕੇ ਚਲਾ ਜਾਂਦਾ ਹੈ। ਬੰਤਾ 2-3 ਵਾਰ ਦਰਵਾਜ਼ਾ ਖੜਕਾਉਂਦਾ ਹੈ। ਤਾਰੋ ਦਾ ਨਾਂ ਲੈ ਕੇ ਆਵਾਜ਼ਾਂ ਵੀ ਮਾਰਦਾ ਹੈ। ਤਾਰੋ ਆਉਂਦੀ ਹੈ, ਬੂਹਾ ਖੋਲ੍ਹਦੀ ਹੈ ਤੇ ਬਿਨਾਂ ਬੁਲਾਇਆ ਹੀ ਮੰਜੇ ਤੇ ਜਾ ਪੈਂਦੀ ਹੈ। ਬੰਤਾ ਚੰਗੇਰ ਵਿੱਚ ਰੋਟੀਆਂ ਕੱਢ ਕੇ ਖਾ ਲੈਂਦਾ ਤੇ ਉਹ ਫਿਰ ਫੁੰਮਣ ਦੇ ਨਾਲ ਹੀ ਪੈ ਜਾਂਦਾ ਹੈ। ਫਿਰ ਉਹ ਸੋਚਦਾ ਹੈ ਖਰੇ ਤਾਰੋ ਨੇ ਅਜੇ ਵੀ ਰੋਟੀ ਖਾਧੀ ਜਾਂ ਨਹੀਂ ਖਾਧੀ। ਉਸਨੇ ਤਾਰੋ ਨੂੰ ਰੋਟੀ ਖਾਣ ਲਈ ਕਿਹਾ ਪਰ ਤਾਰੋ ਨੇ ਆਖ ਦਿੱਤਾ ਕਿ ਨਹੀਂ, ਉਸਨੇ ਖਾ ਲਈ ਹੈ। ਬੰਤਾ ਫਿਰ ਫੁੰਮਣ ਨਾਲ ਲੰਮਾ ਪੈ ਜਾਂਦਾ ਹੈ। ਕਿੰਨਾ ਚਿਰ ਹੀ ਉਸਦੀਆਂ ਅੱਖਾਂ ਵਿੱਚ ਨੀਂਦਰ ਨਹੀਂ ਆਉਂਦੀ। ਬੰਤੇ ਦੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਨੇ ਕਿ ਅਜੇ ਵੀ ਉਹਦੇ ਜਾਣ ਦੀ ਮਰਜ਼ੀ ਨਹੀਂ ਆ, ਨਹੀਂ ਚਾਹੁੰਦਾ ਕਿ ਅਜੇ ਵੀ ਕੰਮ ਤੇ ਜਾਇਆ ਜਾਵੇ। ਬੰਤਾ ਤਾਰੋ ਨੂੰ ਪੁੱਛਦਾ ਹੈ ਕਿ ਮੈਂ ਉਸ ਲਈ ਕੀ ਲੈ ਕੇ ਆਵਾਂ ਨਵਾਂ ਸਾਲ ਆ, ਤੇ ਉਹ ਆਖਦੀ ਹੈ ਕੁਝ ਨਹੀਂ ਚਾਹੀਦਾ ਮੈਨੂੰ। ਫਿਰ ਉਹਦੀ ਮੁਸਕਣੀ ਦੇਖਣੀ ਚਾਹੁੰਦਾ ਪਹਿਲੇ ਵਾਰੀ, ਪਰ ਨਜ਼ਰ ਨਹੀਂ ਆਉਂਦੀ। ਅਸਲ ਵਿੱਚ ਬੰਤੇ ਨੂੰ ਲੱਗਦਾ ਕਿ ਜਦੋਂ ਉਸਨੇ ਉਸ ਨੂੰ ਮਾਰਿਆ ਸੀ ਸ਼ਾਇਦ ਉਹ ਇੰਨੇ ਸਾਲ ਬੀਤ ਗਏ, ਅਜੇ ਵੀ ਉਹਦੇ ਮਨ ਵਿੱਚ ਕਿਸੇ ਨਾ ਕਿਸੇ ਤਰੀਕੇ ਗੁੱਸਾ ਹੈਗਾ। ਬੰਤਾ ਸੋਚਦਾ ਪਤਾ ਨਹੀਂ ਉਸ ਨੂੰ ਕੀ ਹੋ ਗਿਆ। ਪਹਿਲਾਂ ਤਾਂ ਉਹਨੂੰ ਭਲੀ ਲੋਕ ਤਾਰੋ ਕਹਿ ਕੇ ਬੁਲਾਉਂਦਾ ਸੀ, ਪਰ ਹੁਣ ਉਸ ਨੂੰ ਭਲੀ ਲੋਕ ਕਹਿ ਕੇ ਹੀ ਬੁਲਾਉਂਦਾ ਹੈ। ਉਹ ਵੀ ਬਹੁਤਾ ਕਰਕੇ ਚੁੱਪ ਹੀ ਰਹਿੰਦੀ ਹੈ। ਘਰ ਵਿੱਚ ਕੁਝ ਹੁੰਦਾ ਰਹੇ ਉਹਦਾ ਤਾਂ ਪਰਵਾਹ ਨਹੀਂ ਕਰਦੀ।
ਕਈ ਦਿਨ ਕੱਪੜੇ ਵੀ ਨਹੀਂ ਬਦਲਦੀ। ਅਸਲ ਵਿੱਚ ਵਿਆਹ ਤੋਂ ਪਿੱਛੋਂ ਉਸਦੇ ਕੱਪੜੇ ਕਦੇ ਚੰਗੇ ਹੋਏ ਨਹੀਂ ਸੀ। ਬੰਤਾ ਜਾਣ ਲੱਗਦਾ ਹੈ ਤੇ ਫੁੰਮਣ ਨੂੰ ਆਖਦਾ ਹੈ ਕਿ ਚੱਲ ਰਕਸ਼ੇ ਵਿੱਚ ਬੈਠ, ਤੈਨੂੰ ਮੈਂ ਥੋੜੀ ਸੈਰ ਕਰਵਾ ਦੇਵਾਂ। ਤੇ ਤਾਰੋ ਝੱਟ ਆਖਦੀ ਹੈ ਕਿ ਇਹ ਦੋਵੇਂ ਧੀਆਂ ਮਤਰਈਆਂ ਤਾਂ ਨਹੀਂ, ਇਹਨਾਂ ਨੂੰ ਵੀ ਬਿਠਾ ਦੇ। ਬੰਤਾ ਉਹਨਾਂ ਨੂੰ ਵੀ ਨਾਲ ਬਿਠਾ ਲੈਂਦਾ ਹੈ ਤੇ ਕੁਝ ਹੌਲੀ ਰਕਸ਼ਾ ਚਲਾਉਂਦਾ ਬਾਜ਼ਾਰ ਤੀਕਰ ਉਹਨਾਂ ਨੂੰ ਇੱਕ ਗੇੜਾ ਦਵਾ ਲਿਆਉਂਦਾ। ਬੱਚੇ ਖੁਸ਼ ਨੇ, ਬੰਤਾ ਵੀ ਖੁਸ਼ ਨੇ। ਹੁਣ ਬੰਤੇ ਦੇ ਸਰੀਰ ਵਿੱਚ ਮੁੜ ਚੁਸਤੀ ਆ ਗਈ ਹੈ ਤੇ ਬੱਚਿਆਂ ਨੂੰ ਛੱਡ ਕੇ ਉਹ ਸੜਕ ਤੇ ਆ ਜਾਂਦਾ ਹੈ ਤੇ ਦੇਖਦਾ ਹੈ ਕਿ 4 ਵੱਜ ਚੁੱਕੇ ਨੇ ਤੇ ਮਨ ਹੀ ਮਨ ਸੋਚਦਾ ਹੈ ਕਿ ਅੱਜ ਉਸਨੇ ਸ਼ਾਮ ਬਹੁਤ ਸਮਾਂ ਘਰ ਵਿੱਚ ਲਗਾ ਦਿੱਤਾ। ਸੁਣੋ ਸੁਣਾਵਾਂ ਪਾਠ ਪੜਾਵਾਂ, ਆਓ ਬੱਚਿਓ ਸੁਣੋ ਸੁਣਾਵਾਂ ਪਾਠ ਪੜਾਵਾਂ। ਉਹ ਸੁਣ ਕੇ ਹੁੰਦਾ ਪੂਰਾ ਯਾਦ ਸੈਂਸ ਪੰਜਾਬੀ ਅਤੇ ਹਿਸਾਬ। ਉਹ ਲੱਗੇ ਅੰਗਰੇਜ਼ੀ ਵੀ ਪਿਆਰੀ, ਹਿੰਦੀ ਸਮਾਜਿਕ ਪੜ੍ਹ ਲਓ ਸਾਰੀ। ਚੰਗੀਆਂ ਗੱਲਾਂ ਗੀਤ ਵੀ ਗਾਵਾਂ, ਸੁਣੋ ਸੁਣਾਵਾਂ ਪਾਠ ਪੜਾਵਾਂ, ਸੁਣੋ ਸੁਣਾਵਾਂ ਪਾਠ ਪੜਾਵਾਂ। ਦੁਆਬਾ ਰੇਡੀਓ।